ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 12ਵੀਂ ਸ਼੍ਰੇਣੀ ਦੇ ਵਿੱਚ ਲੱਗੀਆਂ ਹੋਈਆਂ ਅਖੌਤਾਂ ਬਾਰੇ ਪੜ੍ਹਨ ਜਾ ਰਹੇ ਹਾਂ, ਜੋ ਲਾਜ਼ਮੀ ਪੰਜਾਬੀ ਕਿਤਾਬ ਦੇ ਵਿੱਚ ਦਰਜ ਨੇ। ਸੋ ਅਖੌਤਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਅਖੌਤ ਦੇ ਅਰਥ ਨੂੰ ਸਮਝ ਲੈਂਦੇ ਹਾਂ, ਠੀਕ ਹੈ। ਕਿਉਂਕਿ ਜਿਹੜਾ ਅਖੌਤ ਹੈ ਉਹ ਜਿਹਨੂੰ ਆਪਾਂ ਅਖਾਣ ਵੀ ਕਹਿ ਦਿੰਦੇ ਹਾਂ, ਆਪਣੇ ਆਪ ਵਿੱਚ ਪੂਰਨ ਵਾਕ ਹੁੰਦਾ ਹੈ, ਠੀਕ ਹੈ। ਸੋ ਆਪਣੇ ਆਪ ਦੇ ਵਿੱਚ ਜਿਹੜਾ ਉਹ ਪੂਰਨ ਵਾਕ ਕਹਿਲਾਉਂਦਾ। ਜਿੱਥੇ ਮੁਹਾਵਰਾ ਜਿਹੜਾ ਆ ਉਹ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਖਾਸ ਢੰਗ ਨਾਲ ਗੱਲ ਕਰਨਾ। ਉਹ ਵਾਕ ਦਾ ਕੇਵਲ ਅੰਸ਼ ਮਾਤਰ ਹੁੰਦਾ ਹੈ, ਉਹਦੇ ਵਿੱਚ ਸਿਰਫ ਇੱਕ ਵਾਕ ਦਾ ਹਿੱਸਾ ਲਿਆ ਗਿਆ ਹੁੰਦਾ ਆ, ਇੱਕ ਵਾਕ ਖੰਡ ਹੁੰਦਾ ਆ, ਜਿਸ ਦੇ ਅਰਥ ਜਿਹੜੇ ਨੇ ਉਹ ਨਹੀਂ ਲੈ ਜਾਂਦੇ, ਬਲਕਿ ਉਹਦੇ ਭਾਵ ਅਰਥ ਲੈ ਜਾਂਦੇ ਨੇ। ਅਖੌਤਾਂ ਵਿੱਚ ਵੀ ਇਹਦੇ ਸਿੱਧੇ ਅਰਥ ਨਹੀਂ ਲੈ ਜਾਂਦੇ, ਬਲਕਿ ਜਿਹੜੇ ਭਾਵ ਅਰਥ ਨੇ ਉਹੀ ਲੈ ਜਾਂਦੇ ਨੇ। ਪਰ ਅਖੌਤ ਆਪਣੇ ਆਪ ਦੇ ਵਿੱਚ ਪੂਰਨ ਵਾਕ ਹੁੰਦਾ ਹੈ, ਔਰ ਰੂਪਾਕਾਰ ਦੇ ਪੱਖ ਤੋਂ ਅਖਾਣ ਮੁਹਾਵਰੇ ਨਾਲੋਂ ਜ਼ਿਆਦਾ ਵੱਡਾ ਹੁੰਦਾ ਹੈ, ਠੀਕ ਹੈ। ਰੂਪ ਦੇ ਪੱਖ ਤੋਂ ਵੱਡਾ ਹੁੰਦਾ ਹੈ, ਔਰ ਇਹਦੇ ਵਿੱਚ ਕਵਿਤਾ ਵਾਂਗ ਜਿਹੜੀ ਹੈ ਇਹ ਕਵਿਤਾ ਵਾਂਗ ਤੁਕਾਂ ਵਿੱਚ ਹੁੰਦੀ ਹੈ। ਜਿਵੇਂ ਇੱਕ ਕਵਿਤਾ ਦੀ ਲਾਈਨ ਪੜ੍ਹੀ ਜਾਂਦੀ ਹੈ, ਉਸੇ ਤਰ੍ਹਾਂ ਹੀ ਅਖੌਤ ਜਿਹੜੀ ਹੈ ਇੱਕ ਤੁਕ ਵਿੱਚ ਹੁੰਦੀ ਹੈ। ਇਹਦੇ ਵਿੱਚ ਤੋਲ ਹੁੰਦਾ ਆ, ਤੁਕਾਂਤ ਵੀ ਮਿਲ ਜਾਂਦਾ ਹੈ। ਹਰ ਹਾਲਤ ਵਿੱਚ ਜਨ ਸਧਾਰਨ ਦੇ ਮੂੰਹ 'ਤੇ ਚੜ੍ਹ ਜਾਣ ਵਾਲੀ ਇਹਦੇ ਵਿੱਚ ਵਿਸ਼ੇਸ਼ਤਾ ਜਿਹੜੀ ਉਹ ਪਾਈ ਜਾਂਦੀ ਹੈ। ਔਰ ਕਾਵਿਕਤਾ ਦੇ ਪੱਖ ਤੋਂ ਕਾਵਿਕ ਗੁਣ ਹੈ ਇਹਦੇ ਵਿੱਚ, ਲੈ ਤਾਲ ਜਿਹੜੀ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ। ਅਖਾਣਾਂ ਦੀ ਸੰਖੇਪਤਾ ਅਤੇ ਸੁਚੱਜੀ ਸ਼ਬਦ ਚੋਣ ਕਲਾਤਮਿਕ ਹੁੰਦੀ ਹੈ। ਅਖਾਣ ਦੇ ਇੱਕ ਜਾਂ ਦੋ ਵਾਕਾਂ ਵਿੱਚ ਜੀਵਨ ਦੇ ਕਿਸੇ ਪੱਖ ਬਾਰੇ ਤੱਤ ਸਾਰ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਹੀ ਹੁੰਦਾ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜੇ ਨੇ ਅਖਾਣ ਬੜੇ ਜ਼ਿੰਦਗੀ ਵਿੱਚ ਬੜੇ ਮਹੱਤਵਪੂਰਨ ਨੇ। ਸੋ ਇਸ ਤੋਂ ਆਪਾਂ ਇਸ ਕਿਤਾਬ ਵਿੱਚ ਪੜ੍ਹਦੇ ਹਾਂ ਅਖਾਣ ਤੋਂ ਕੀ ਭਾਵ ਹੈ। ਅਖੌਤਾਂ ਨੂੰ ਅਖਾਣ ਵੀ ਕਿਹਾ ਜਾਂਦਾ ਹੈ। ਕਿਸੇ ਭਾਸ਼ਾ ਦੀਆਂ ਅਖੌਤਾਂ ਕਈ ਪੱਖ ਤੋਂ ਮਹੱਤਵਪੂਰਨ ਹੁੰਦੀਆਂ ਨੇ। ਹਰੇਕ ਭਾਸ਼ਾ ਦੇ ਵਿੱਚ ਅਖੌਤਾਂ ਮਿਲਦੀਆਂ ਨੇ, ਪਰ ਹਰੇਕ ਉਸ ਭਾਸ਼ਾ ਨੂੰ ਹੋਰ ਅਮੀਰ ਬਣਾਉਂਦੀਆਂ ਨੇ, ਔਰ ਇਹ ਉਸ ਭਾਸ਼ਾ ਦੀ ਸ਼ਕਤੀ ਹੁੰਦੀਆਂ ਨੇ। ਔਰ ਇਹਨਾਂ ਵਿੱਚ ਉਸ ਭਾਸ਼ਾ ਨੂੰ ਬੋਲਣ ਵਾਲੀਆਂ ਅਣਗਿਣਤ ਪੀੜ੍ਹੀਆਂ ਦਾ ਅਨੁਭਵ ਜਿਹੜਾ ਉਹ ਸਮਾਇਆ ਹੋਇਆ ਹੈ। ਅਖੌਤਾਂ ਲੋਕ ਸੂਝ ਦਾ ਜਿਹੜਾ ਉਹ ਭੰਡਾਰ ਹੁੰਦੀਆਂ ਨੇ। ਇਹਨਾਂ ਤੋਂ ਅਸੀਂ ਅਨੁਮਾਨ ਕਰ ਸਕਦੇ ਹਾਂ ਕਿ ਸਾਡੇ ਪੁਰਖੇ ਆਰਥਿਕ, ਸਮਾਜਿਕ, ਧਾਰਮਿਕ ਜਿਹੜਾ ਉਹ ਜੀਵਨ ਵਿੱਚੋਂ ਕਿਵੇਂ ਗੁਜ਼ਰੇ। ਭਾਵ ਜੋ ਚੀਜ਼ ਅਨੁਭਵ ਵਿੱਚੋਂ ਸਿੱਖਣ ਨੂੰ ਮਿਲਦੀ ਹੈ, ਉਹ ਸਾਨੂੰ ਕਿਤਾਬਾਂ ਵੀ ਨਹੀਂ ਸਿਖਾ ਸਕਦੀਆਂ। ਸੋ ਇਹ ਗੱਲਾਂ ਜਿਹੜੀਆਂ ਨੇ ਅਸੀਂ ਪੜ੍ਹਾਂਗੇ ਇਹਨਾਂ ਅਖੌਤਾਂ ਨੂੰ। ਇਹਦੇ ਵਿੱਚ ਜੀਵਨ ਦਾ ਅਨੁਭਵ ਜਿਹੜਾ ਉਹ ਸਮੋਇਆ ਹੋਇਆ ਆ। ਸੋ ਜਿਹੜੇ ਸਾਡੇ ਵੱਡੇ ਵਡੇਰੇ ਸੀ, ਉਹਨਾਂ ਨੇ ਜੀਵਨ ਅਨੁਭਵ ਅਤੇ ਜਗ ਦੇ ਭਿੰਨ ਭਿੰਨ ਪਹਿਲੂਆਂ ਬਾਰੇ ਉਹਨਾਂ ਦੀ ਕਿਹੋ ਜਿਹੀ ਦ੍ਰਿਸ਼ਟੀ ਉਹਨਾਂ ਨੇ ਗ੍ਰਹਿਣ ਕੀਤੀ ਹੈ, ਇਸ ਨੂੰ ਹੀ ਅਖੌਤਾਂ ਵਿੱਚ ਜਿਹੜਾ ਉਹ ਪੇਸ਼ ਕੀਤਾ ਹੈ। ਇਸ ਤਰ੍ਹਾਂ ਕਿਸੇ ਭਾਸ਼ਾ ਦੀਆਂ ਅਖੌਤਾਂ ਉਸ ਭਾਸ਼ਾ ਦੇ ਭਾਸ਼ਾ ਨੂੰ ਬੋਲਦੇ ਲੋਕਾਂ ਦਾ ਭਾਸ਼ਾਈ ਸੱਭਿਆਚਾਰਕ ਵਿਰਸਾ ਵੀ ਹੁੰਦੀਆਂ ਨੇ। ਜਦੋਂ ਅਸੀਂ ਕੋਈ ਅਖੌਤ ਪੜ੍ਹਦੇ ਹਾਂ, ਉਹਦੇ ਵਿੱਚ ਉੱਥੋਂ ਦੀ ਖੇਤਰ ਦੇ ਰਹਿਣ ਸਹਿਣ, ਉੱਥੋਂ ਦਾ ਸੱਭਿਆਚਾਰ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਇਹ ਬੀਤੇ ਸਮਾਜਿਕ, ਧਾਰਮਿਕ, ਆਰਥਿਕ ਜੀਵਨ ਦਾ ਸ਼ੀਸ਼ਾ ਸਾਨੂੰ ਜਿਹੜਾ ਉਹ ਦਿਖਾਉਂਦੀਆਂ ਨੇ ਕਿ ਕਿਵੇਂ ਦਾ ਉਸ ਸਮੇਂ ਸਮਾਜਿਕ ਅਤੇ ਧਾਰਮਿਕ ਆਰਥਿਕ ਜੀਵਨ ਸੀ। ਨਾਲ ਦੀ ਨਾਲ ਜ਼ਿੰਦਗੀ ਦੇ ਵਿੱਚ ਵਿਚਰਨਾ ਕਿਵੇਂ ਹੈ, ਜ਼ਿੰਦਗੀ ਦੇ ਵਿੱਚ ਜਿਹੜਾ ਗੁਜ਼ਰਨਾ ਕਿਵੇਂ, ਉਹਦੇ ਬਾਰੇ ਵੀ ਸਾਨੂੰ ਜਿਹੜਾ ਉਹ ਦੱਸਿਆ ਜਾਂਦਾ ਅਖੌਤਾਂ ਦੇ ਵਿੱਚ। ਅਖੌਤਾਂ ਕਿਸੇ ਭਾਸ਼ਾ ਨੂੰ ਬੋਲਣ ਵਾਲੇ ਮਨੁੱਖਾਂ ਦੀ ਆਮ ਬੋਲਚਾਲ ਦਾ ਹਿੱਸਾ ਹੁੰਦੀਆਂ ਹਨ। ਆਪਾਂ ਗੱਲਬਾਤ ਕਰਦੇ ਹਾਂ, ਅਸੀਂ ਅਖੌਤ ਜਿਹੜੀ ਉਹ ਬੋਲ ਦਿੰਦੇ ਹਾਂ। ਸੋ ਬੋਲਣ ਵਾਲਾ ਜਿਹੜੀ ਆ ਆਪਣੀ ਗੱਲ ਦੀ ਪੁਸ਼ਟੀ, ਆਪਣੀ ਪ੍ਰਮਾਣਿਕਤਾ ਲਈ ਕਿਸੇ ਅਖੌਤ ਨੂੰ ਜਿਹੜਾ ਉਹ ਵਰਤਦਾ ਹੈ, ਠੀਕ ਹੈ। ਸੋ ਜਿਹੜਾ ਆਪਾਂ ਬੜੀ ਵਾਰੀ ਇਹ ਅਖੌਤ ਵੀ ਅੱਗੇ ਸਭ ਪਿੱਛੇ ਸੀ। ਭਾਵ ਜੁੱਤੀ ਵਿੱਚ ਵਿਅਕਤੀ ਜਿਹੜਾ ਆ ਉਹ ਵਿਅਕਤੀ ਲਈ ਦੋਹਾਂ ਹਾਲਤਾਂ ਵਿੱਚ ਨੁਕਸਾਨ ਹੁੰਦਾ ਹੈ। ਆਪੇ ਫਾਥੜੀ ਤੈਨੂੰ ਕੌਣ ਛਡਾਵੇ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਣ। ਇਹ ਜਿਹੜੀਆਂ ਅਖੌਤਾਂ ਅਸੀਂ ਨਿੱਤ ਜੀਵਨ ਦੇ ਵਿੱਚ ਵਰਤਦੇ ਹਾਂ, ਔਰ ਇਹ ਆਪਣੇ ਆਪ ਹੀ ਆਉਂਦੀਆਂ ਨੇ, ਔਰ ਸਾਡੀ ਗੱਲ ਦੀ ਹੋਰ ਪੁਸ਼ਟੀ ਕਰਦੀਆਂ ਨੇ, ਔਰ ਸਾਡੀ ਗੱਲ ਨੂੰ ਹੋਰ ਪ੍ਰਮਾਣਿਤ ਬਣਾਉਂਦੀਆਂ ਨੇ। ਇਸ ਤਰ੍ਹਾਂ ਜਿਹੜਾ ਆ ਆਪਣੀ ਗੱਲ ਨੂੰ ਸਿੱਕੇਬੰਦ ਬਣਾਉਣ ਦਾ ਯਤਨ ਕਰਦਾ ਹੈ ਇਨਸਾਨ। ਭਾਵ ਇਹੋ ਹੁੰਦਾ ਹੈ ਕਿ ਜੋ ਗੱਲ ਆਖੀ ਜਾ ਰਹੀ ਹੈ, ਸਾਥੋਂ ਪੂਰਵਲੇ ਅਣਗਿਣਤ ਲੋਕਾਂ ਦੇ ਜੀਵਨ ਅਨੁਭਵ ਨੇ ਇਸ ਦੀ ਪ੍ਰੋੜਤਾ ਉਹ ਕੀਤੀ ਹੈ, ਠੀਕ ਹੈ। ਉਹ ਕਰਦੇ ਨੇ ਇਸ ਦੀ ਪ੍ਰੋੜਤਾ। ਆਮ ਤੌਰ 'ਤੇ ਮਨੁੱਖੀ ਅਨੁਭਵ ਦੀ ਕਸਵੱਟੀ 'ਤੇ ਪੂਰੇ ਉਤਰਦੇ ਜੀਵਨ ਨੂੰ ਸੱਚ, ਮਨੁੱਖੀ ਵਿਹਾਰ, ਕੁਦਰਤ ਦੇ ਵਰਤਾਰੇ, ਕੰਮ ਕਿੱਤਿਆਂ ਦੀਆਂ ਵਿਧੀਆਂ ਬਾਰੇ ਨਿਰਣੇ, ਆਪਸੀ ਰਿਸ਼ਤੇਦਾਰਾਂ ਦੇ ਸੂਤਰਾਂ ਅਖੌਤਾਂ ਵਿੱਚ ਜਿਹੜੇ ਨੇ ਉਹ ਸਮਾਏ ਹੋਏ ਨੇ। ਸੋ ਵਿਸ਼ਵਾਸਾਂ, ਵਹਿਮਾਂ, ਭਰਮਾਂ, ਮਨੌਤਾਂ ਇਹਨਾਂ ਪਿੱਛੇ ਕੰਮ ਕਰਦੀਆਂ ਨੇ। ਇਹਨਾਂ ਦੀ ਜਾਣੀ ਕਿ ਲੋਕਾਂ ਦੀ ਮਾਨਸਿਕਤਾ ਨੂੰ ਅਖੌਤਾਂ ਦੇ ਵਿੱਚ ਜਿਹੜਾ ਆ ਉਹ ਦਰਸਾਇਆ ਜਾਂਦਾ ਆ। ਜੁਗੋ ਯੁੱਗ ਵਿਕਸਿਤ ਹੋਇਆ ਚੱਜ, ਚਾਰ, ਲੋਕ ਸਮਝ, ਭਾਵ ਉਸ ਦੇ ਖਿੱਤੇ ਦੀ ਜਿਹੜੀ ਸੰਸਕ੍ਰਿਤੀ ਦਾ ਦਰਸ਼ਨ ਹੈ ਉਹ ਕਿਹਨਾਂ ਵਿੱਚੋਂ ਹੁੰਦਾ ਆ, ਸਾਨੂੰ ਅਖੌਤਾਂ ਦੇ ਵਿੱਚੋਂ ਹੀ ਹੁੰਦਾ ਹੈ। ਸੋ ਜੇਕਰ ਵੇਖਿਆ ਜਾਵੇ ਤਾਂ ਜਿਹੜੇ ਨੇ ਪ੍ਰਗਟਾ ਦੇ ਪੱਖੋਂ ਅਖੌਤਾਂ ਵਿੱਚ ਕਾਵਿਕ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਵਾਕ ਦੀ ਤਰ੍ਹਾਂ ਹੁੰਦੀਆਂ ਨੇ, ਔਰ ਉਹ ਵਾਕ ਆਮ ਨਹੀਂ ਹੁੰਦਾ, ਕਵਿਤਾ ਵਾਂਗ ਹੁੰਦਾ, ਜਿਹਦੇ ਵਿੱਚ ਲੈ ਜਿਹੜੀ ਹੈ
ਔਰ ਕਾਵਿਕਤਾ ਮਿਲਦੀ ਹੈ ਸਾਨੂੰ। ਕਾਵਿਕ ਅੰਸ਼, ਨਾਟਕੀ ਅੰਸ਼, ਕਥਾ ਅੰਸ਼ ਆਦਿ ਸਾਹਿਤਿਕ ਗੁਣਾਂ ਦਾ ਇਹ ਸੁੰਦਰ ਸੁਮੇਲ ਜਿਹੜਾ ਹੋਇਆ ਮਿਲਦਾ ਹੈ। ਔਰ ਕੁੱਜੇ ਵਿੱਚ ਸਮੁੰਦਰ ਵਰਨ ਦੀ ਕਲਾ ਅਖੌਤਾਂ ਦੀ ਕਣ ਕਣ ਵਿੱਚ ਜਿਹੜੀ ਉਹ ਸਮਾਈ ਹੁੰਦੀ ਹੈ। ਸੋ ਲੈ, ਸੰਜਮ, ਸੰਖੇਪਤਾ ਗੁਣਾਂ ਸਦਕਾ ਅਖੌਤਾਂ ਗੁੰਦਵੀ ਸ਼ੈਲੀ ਦੇ ਸਿਖਰ 'ਤੇ ਹੁੰਦੀਆਂ ਨੇ। ਬੜਾ ਸੋਹਣਾ ਗੁੰਦ ਕੇ ਜਿਹੜਾ ਉਹ ਵਾਕ ਸਾਡੇ ਸਾਹਮਣੇ ਆਉਂਦਾ, ਜਿਹਦੇ ਵਿੱਚ ਕਾਵਿਕਤਾ ਹੁੰਦੀ ਹੈ ਔਰ ਇਹਨਾਂ ਵਿੱਚ ਕਿਤੇ ਕਿਤੇ ਵਿਅੰਗ ਵੀ ਹੁੰਦਾ ਆ ਔਰ ਚਟਖਾਰਾ ਵੀ ਹੁੰਦਾ ਹੈ। ਠੀਕ ਹੈ, ਕਿਸੇ ਨੂੰ ਜਿਹੜਾ ਟੌਂਟ ਵੀ ਮਾਰਿਆ ਜਾਂਦਾ ਹੈ। ਸੋ ਅਖੌਤਾਂ ਪੀੜ੍ਹੀ ਦਰ ਪੀੜ੍ਹੀ ਅਣਗਿਣਤ ਬੋਲਣ ਵਾਲਿਆਂ ਦੇ ਜਿਹੜੇ ਨੇ ਉਹ ਬੋਲਣ ਵਾਲੇ ਇਹਨਾਂ ਨੂੰ ਵਰਤਦੇ ਨੇ। ਔਰ ਇਸ ਤੋਂ ਇਲਾਵਾ ਜਿਹੜਾ ਆ ਉਹ ਅਜਿਹੀ ਖੁਸ਼ੀ ਨੂੰ ਗ੍ਰਹਿਣ ਜਿਹੜਾ ਉਹ ਕਰਦੀਆਂ ਨੇ ਜਿਨ੍ਹਾਂ ਸਦਕੇ ਸੁਣਨ ਵਾਲਿਆਂ ਦੇ ਮਨ ਉੱਤੇ ਡੂੰਘੀ ਛਾਪ ਜਿਹੜਾ ਉਹ ਛੱਡ ਦਿੰਦੀਆਂ ਨੇ। ਜਦੋਂ ਕੋਈ ਭਾਸ਼ਾ ਵਿੱਚ ਅਖੌਤਾਂ ਦੀ ਵਰਤੋਂ ਕਰਦਾ ਹੈ ਅਤੇ ਉਹ ਜਿਹੜਾ ਆ ਉਹਦੀ ਭਾਸ਼ਾ ਹੋਰ ਨਿਖਰ ਕੇ ਸਾਹਮਣੇ ਆਉਂਦੀ ਹੈ। ਲੋਕ ਜਿਹੜਾ ਆ ਉਹ ਦੂਜੇ ਦੇ ਮਨ 'ਤੇ ਇੱਕ ਡੂੰਘਾ ਪ੍ਰਭਾਵ ਪਾ ਜਾਂਦਾ ਹੈ ਕੋਈ ਵੀ ਇਨਸਾਨ। ਸੋ ਇਹ ਕਿਸੇ ਅਖੌਤ ਨੂੰ ਵਰਤਣ ਵਾਲਾ ਆਪਣੇ ਅਨੁਭਵ ਨੂੰ ਲੋਕ ਅਨੁਭਵ ਦੀ ਲੜੀ ਦੇ ਨਾਲ ਜੋੜ ਲੈਂਦਾ ਆ ਔਰ ਉਸ ਅਨੁਭਵ ਦੀ ਸਾਰੀ ਸਮਰੱਥਾ ਉਸ ਵਿਅਕਤੀ ਦੇ ਬੋਲਾਂ ਵਿੱਚ ਜਿਹੜੀ ਉਹ ਪ੍ਰਗਟ ਹੋ ਜਾਂਦੀ ਹੈ। ਸੋ 12ਵੀਂ ਜਮਾਤ ਦੇ ਬੱਚਿਆਂ ਨੂੰ ਜਿਹੜਾ ਆ ਉਹ ਅਖੌਤਾਂ ਪੜ੍ਹਾਉਣ ਦਾ ਸਭ ਤੋਂ ਵੱਡਾ ਉਦੇਸ਼ ਕੀ ਹੈ ਕਿ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੇ ਅਮੀਰ ਖਜ਼ਾਨੇ ਦਾ ਪਤਾ ਲੱਗ ਸਕੇ। ਦੂਜੀ ਗੱਲ ਹੈ ਕਿ ਉਹ ਗੱਲਬਾਤ ਜਾਂ ਲਿਖਤ ਵਿੱਚ ਇਹਨਾਂ ਨੂੰ ਜਿਹੜਾ ਉਹਨਾਂ ਦੀ ਵਰਤੋਂ ਕਰ ਸਕੇ ਅਖੌਤਾਂ ਦੀ। ਔਰ ਨਾਲ ਦੀ ਨਾਲ ਅਖੌਤਾਂ ਵਿੱਚ ਜਿਹੜੇ ਪ੍ਰਗਟ ਹੋਏ ਪੂਰਵਜਾਂ ਦਾ ਜੀਵਨ ਅਨੁਭਵ ਆ ਉਹਨਾਂ ਤੋਂ ਜਾਣੂ ਹੋਣ ਔਰ ਆਪਣੀ ਜੀਵਨ ਸ਼ੈਲੀ ਦੇ ਵਿੱਚ ਜਿਹੜਾ ਆ ਇਹਨਾਂ ਨੂੰ ਅਪਣਾ ਕੇ ਆਪਣੀ ਜੀਵਨ ਸ਼ੈਲੀ ਨੂੰ ਹੋਰ ਇਹਦੇ ਵਿੱਚ ਵਾਧਾ ਕਰ ਸਕੇ ਔਰ ਆਪਣੀ ਜੀਵਨ ਸੂਝ ਨੂੰ ਜਿਹੜਾ ਦ੍ਰਿੜ ਹੋਰ ਵਧੀਆ ਤਰੀਕੇ ਨਾਲ ਬਣਾ ਸਕੇ। ਉਂਝ ਹੋਰ ਆਸ਼ਿਆਂ ਵੀ ਕੀਤੇ ਜਾਂਦੇ ਨੇ ਕਿ ਅਧਿਐਨ ਸਮੱਗਰੀ ਲਈ ਵਜੋਂ ਅਖੌਤਾਂ ਨੂੰ ਪੜ੍ਹਾਇਆ ਜਾਂਦਾ ਹੈ। ਉਦਾਹਰਨ ਵਜੋਂ ਪੰਜਾਬੀ ਸੱਭਿਆਚਾਰ ਦੇ ਅਧਿਐਨ ਲਈ ਅਖੌਤਾਂ ਅਮੁੱਲ ਜਿਹੜਾ ਉਹ ਸਮੱਗਰੀ, ਕਿਉਂਕਿ ਅਸੀਂ ਪੰਜਾਬੀ ਸੱਭਿਆਚਾਰ ਦੇ ਵਿੱਚ ਮੇਲੇ ਰਸਮ ਰਿਵਾਜ ਪੜ੍ਹ ਰਹੇ ਹਾਂ। ਸੋ ਸਾਨੂੰ ਅਖੌਤਾਂ ਦੀ ਜਾਣਕਾਰੀ ਵੀ ਜਿਹੜੀ ਉਹ ਹੋਣੀ ਚਾਹੀਦੀ ਹੈ। ਔਰ ਕਿਸੇ ਅਖੌਤ ਦਾ ਜਨਮ ਜਿਹੜਾ ਹੈ ਕਹਿੰਦੀ ਕਿ ਗੁੰਝਲਦਾਰ ਪ੍ਰਕਿਰਿਆ ਹੈ। ਦਰਿਆ ਦੇ ਵਹਿਣ ਵਿੱਚੋਂ ਜਿਵੇਂ ਜਿਵੇਂ ਰਿੜ ਕੱਸ ਕੇ ਪੱਥਰ ਇੰਨੇ ਮੁਲਾਇਮ ਅਤੇ ਪਿਆਰਿਆ ਸ਼ਕਲਾਂ ਵਿੱਚ ਪੱਥਰ ਗੀਟੇ ਬਣ ਜਾਂਦੇ ਨੇ, ਤਿਵੇਂ ਹੀ ਅਖੌਤਾਂ ਵੀ ਆਪਣਾ ਸਰੂਪ ਅਖਤਿਆਰ ਕਰਦੀਆਂ ਹਨ। ਹਰ ਅਖੌਤ ਦਾ ਮੂਲ ਕਰਤਾ ਜ਼ਰੂਰ ਕੋਈ ਸਾਹਿਤਕ ਸੁਭਾਅ ਵਾਲਾ ਵਿਅਕਤੀ, ਭਾਵ ਕਿ ਜਿਹਨੇ ਅਖੌਤ ਰਚੀ ਹੈ ਉਹ ਇੱਕ ਸਾਹਿਤਕ ਸੁਭਾਅ ਵਾਲਾ ਵਿਅਕਤੀ ਹੋ ਸਕਦਾ, ਇੱਕ ਕਵੀ, ਇੱਕ ਲੇਖਕ ਹੋ ਸਕਦਾ ਹੈ। ਲੋਕ ਗੀਤਾਂ ਵਾਂਗ ਹੀ ਅਖੌਤ ਦਾ ਮੂਲ ਜਿਹੜਾ ਰਚਨਹਾਰ ਗੁਮਨਾਮ ਰਹਿ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਲੋਕਾਂ ਦੇ ਨੇੜੇ ਇੰਨਾ ਹੁੰਦਾ ਹੈ ਕਿ ਲੋਕ ਲਿਖਣ ਵਾਲੇ ਨੂੰ ਭੁੱਲ ਜਾਂਦੇ ਨੇ ਔਰ ਅਖੌਤਾਂ ਨੂੰ ਯਾਦ ਰੱਖ ਲੈਂਦੇ ਨੇ। ਸੋ ਇਸ ਤਰ੍ਹਾਂ ਲੋਕ ਸਿਰਜਣਾ ਦਾ ਕਲਾ ਦਾ ਸੁੰਦਰ ਨਮੂਨਾ ਸਾਨੂੰ ਅਖੌਤਾਂ ਵਿੱਚ ਮਿਲਦਾ ਹੈ। ਕਿਸੇ ਸਾਹਿਤਕਾਰ ਦੀ ਮਹਾਨਤਾ ਦਾ ਇਹ ਪੈਮਾਨਾ ਇਹ ਹੈ ਕਿ ਉਸ ਦੀ ਟਾਵੀਂ ਤੁਕ ਜਾਂ ਵਾਕ ਅਖੌਤ ਬਣਨ ਦਾ ਦਰਜਾ ਜਿਹੜਾ ਉਹ ਕਰਦਾ। ਜੇ ਅਸੀਂ ਭਾਈ ਗੁਰਦਾਸ ਜੀ ਦੀਆਂ, ਗੁਰੂ ਨਾਨਕ ਦੇਵ ਜੀ ਦੀਆਂ ਕੁਝ ਤੁਕਾਂ ਜਿਹੜਾ ਅਖੌਤਾਂ ਬਣ ਜਾਂਦੀਆਂ ਨੇ। ਸੋ ਪੰਜਾਬੀ ਦੇ ਸਿਰਮੌਰ ਸਾਹਿਤਕਾਰਾਂ ਦੀਆਂ ਕਈ ਸਤਰਾਂ ਜਿਹੜੀਆਂ ਨੇ ਉਹ ਅਖੌਤਾਂ ਬਣ ਚੁੱਕੀਆਂ ਨੇ। ਭਾਵੇਂ ਸਾਰੀਆਂ ਅਖੌਤਾਂ ਸਾਹਿਤਕਾਰਾਂ ਦੀਆਂ ਕਿਰਤਾਂ ਨਹੀਂ ਹੁੰਦੀਆਂ, ਪਰ ਇਹ ਦੁਹਰਾਉਣਯੋਗ ਸੱਚ ਹੈ ਕਿ ਕਿਸੇ ਅਖੌਤ ਦਾ ਮੂਲ ਰਚਨਹਾਰ ਸਾਹਿਤਿਕ ਕਣੀ ਜਿਹੜੀ ਉਹ ਜ਼ਰੂਰ ਹੋਵੇਗੀ। ਜਿੰਨੇ ਵੀ ਇਹਨੂੰ ਰਚਿਆ ਉਹ ਕਿਤੇ ਨਾ ਕਿਤੇ ਸਾਹਿਤਕਾਰ ਜ਼ਰੂਰ ਹੋਵੇਗਾ। ਸੋ ਉਹ ਆਪਣੇ ਖਿੱਤੇ, ਆਪਣੀ ਜਾਤੀ ਦੀ ਜਿਹੜੀ ਉਹ ਲੋਕ ਸਹਿਜ ਪ੍ਰਵਾਨਗੀ ਹਾਸਿਲ ਕਰ ਗਿਆ, ਇਸ ਕਰਕੇ ਅਖੌਤਾਂ ਨੂੰ ਜੀਵਨ ਵਿੱਚ ਅਪਣਾ ਲਿਆ ਗਿਆ। ਸੋ ਇੱਕ ਤੋਂ ਦੂਜੀ ਭਾਸ਼ਾ ਦੇ ਪਰਸਪਰ ਸੰਪਰਕ ਨਾਲ ਵੀ ਕਈ ਅਖੌਤਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ, ਪਰ ਅਸੀਂ ਭਲੀ ਭਾਂਤ ਅਖੌਤਾਂ ਉਹੀ ਜਿਹੜੀਆਂ ਨੇ ਇਸ ਭਾਂਤ ਦੀਆਂ ਅਖੌਤਾਂ ਉਹੀ ਨੇ ਜਿਨ੍ਹਾਂ ਵਿੱਚ ਮਨੁੱਖ ਸਾਂਝੇ ਅਨੁਭਵ ਦਾ ਪ੍ਰਗਟਾਵਾ ਹੁੰਦਾ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਅੱਗੇ ਜਿਹੜਾ ਆ ਅਖੌਤਾਂ ਬਾਰੇ ਪੜ੍ਹਾਂਗੇ ਔਰ ਔਨਲਾਈਨ ਕਲਾਸ ਵਿੱਚ ਇਹਨਾਂ ਬਾਰੇ ਗੱਲ ਕਰਾਂਗੇ, ਇਹਨਾਂ ਦੇ ਅਰਥਾਂ ਬਾਰੇ ਗੱਲ ਕਰਾਂਗੇ। ਉਮੀਦ ਹੈ ਸਮਝ ਆਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।